ਵਾਲਮੀਕ ਸਾਹਿਬ ਜੀ। ਅਜ਼ਮ ਤ੍ਰਿਕਾਲਦਰਸ਼ੀ ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸ਼ਬਦ ਗੁਰੂ ਮਹਾਰਾਜ ਦਾਤਾ ਜੀ ਸਭ ਜੀਵਾਂ ਦੇ ਅੰਗ ਸੰਗ ਸਹਾਈ ਹੋਣ। ਸੁਗੁਰੂ ਨਾਮ ਦਾ ਆਸਰਾ ਲੈਂਦਿਆਂ ਹੋਇਆਂ ਅੱਜ ਦੀ ਵਿਚਾਰਧਾਰਾ ਸ਼ਬਦ ਵਿਚਾਰ ਆਰੰਭ ਕਰਦੇ ਹਾਂ। ਬੋਲੇ ਸੋ ਨਿਰਭੈ ਅਜ਼ਮ ਤ੍ਰਿਕਾਲਦਰਸ਼ੀ ਸ੍ਰਿਸ਼ਟੀ ਕਰਤਾ ਵਾਲਮੀਕ ਸ਼ਬਦ ਗੁਰੂ ਮਹਾਰਾਜ ਜੀ ਕੀ ਜੈ। ਸੋ ਗੁਰਾਂ ਦੇ ਪਿਆਰੇ, ਗੁਰਾਂ ਦੇ ਆਸ਼ਿਕ, ਰੱਬ ਦੇ ਆਸ਼ਿਕ ਹਜ਼ਰਤ ਬਾਬਾ ਬੁੱਲੇ ਸ਼ਾਹ ਜੀ, ਉਹਨਾਂ ਦੇ ਸ਼ਬਦ ਤੇ ਆਪਾਂ ਆਉਂਦੇ ਹਾਂ। ਹੁਣ ਰੱਬ ਦੇ ਪਿਆਰੇ, ਗੁਰਾਂ ਦੇ ਪਿਆਰੇ, ਦੇਖੋ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੇ ਅੰਗਾਂ ਅੰਦਰ ਦੋ ਅੰਗਾਂ ਤੇ ਉਹਨਾਂ ਪਿਆਰਿਆਂ ਦਾ ਨਾਮਾ ਆਇਆ, ਜ਼ਿਕਰ ਆਇਆ, ਸਿਫਤ ਸਲਾਹ ਆਈ ਹੈ। ਗੁਰੂ ਗਿਆਨਤ ਮਹਾਰਾਜ ਕਲਯੁਗ ਦੇ ਅਵਤਾਰ ਆਪ ਰੱਬ ਦੇ ਪਿਆਰਿਆਂ ਦੇ, ਗੁਰਾਂ ਦੇ ਪਿਆਰੇ ਸਿਫਤ ਸਲਾਹ ਕਰਦੇ ਆ। ਸਾਡਾ ਵੀ ਉੱਤੇ ਫਰਜ਼ ਬਣਦਾ ਹੈ ਅਸੀਂ ਵੀ ਨਾ ਪਿਆਰੇ ਸਿਫਤ ਸਲਾਹ ਦੇ ਨਾਲ ਜੁੜੀਏ, ਗਿਆਨ ਦੇ ਨਾਲ ਜੁੜੀਏ, ਵਿਚਾਰ ਨਾਲ ਜੁੜੀਏ ਕਿ ਸਾਨੂੰ ਕੀ ਵਿਚਾਰ ਦੇ ਰਹੇ ਹੋ ਰੱਬ ਦੇ ਪਿਆਰੇ, ਰੱਬ ਦੇ ਆਸ਼ਿਕ, ਗੁਰਾਂ ਦੇ ਆਸ਼ਿਕ। ਦਾਤਾ ਜੀ ਸਭ ਜੀਵਾਂ ਦੇ ਅੰਗ ਸੰਗ ਸਹਾਈ ਹੋਣ। ਕੀ ਸਮਝਾਉਂਦੇ ਨੇ ਬੁੱਲੇ ਸ਼ਾਹ ਜੀ ਮਹਾਰਾਜ? ਬੁੱਲੇ ਸ਼ਾਹ ਸਮਾਂ ਕੋਲ ਹੈ ਥੋੜਾ। ਬੁੱਲੇ ਸ਼ਾਹ ਉਹਨਾਂ ਦੇ ਰਹਿਬਰ ਹੋਏ ਆ, ਗੁਰੂ ਹੋਏ ਆ, ਪੀਰ ਹੋਏ ਆ, ਰੱਬ ਹੋਏ ਆ। ਸਾਈਂ ਅਨਾਇਤ ਸ਼ਾਹ ਜੀ ਤੇ ਨਾਲ ਤੁਰ ਪਿਆ ਬੁੱਲੇ ਸ਼ਾਹ ਜੀ। ਹੁਣ ਇੱਥੇ ਪਹਿਲਾਂ ਸ਼ਾਹ ਨੂੰ ਸਮਝ, ਸ਼ਾਹ ਕਿਹਨੂੰ ਕਹਿੰਦੇ ਆ? ਸਾਈਂ ਮੁਰਸ਼ਦ ਅਨਾਇਤ ਸ਼ਾਹ ਜੀ ਤੇ ਬੁੱਲੇ ਸ਼ਾਹ ਜੀ। ਕਈਆਂ ਦੇ ਨਾਵਾਂ ਦੇ ਨਾਲ ਸ਼ਾਹ ਸ਼ਬਦ ਲੱਗਿਆ ਹੋਏਗਾ। ਹੁਣ ਤੁਹਾਡੀ ਮੱਤ ਵਿੱਚ ਸ਼ਾਹ ਕਿਹਨੂੰ ਕਹਿੰਦੇ ਭਾਈ? ਕਿਹਨੂੰ ਆਪਾਂ ਸ਼ਾਹ ਕਹਿੰਦੇ ਆ? ਇੱਕ ਆਪਣੇ ਪਿੰਡ ਵਿੱਚ ਗੁਰਮੀਤ ਸ਼ਾਹ ਵੀ ਹੈ, ਹਨਾ? ਸ਼ਹਿਰਾਂ ਚਲੇ ਜਾਓ ਲਾਲਾ ਜੀ ਵੀ ਕਹਿ ਦਿੰਦੇ ਆ। ਜਿਹੜੀ ਦੁਕਾਨਦਾਰ ਦੀ ਜਾਂਦੇ, ਕੋਈ ਸੌਦਾ ਲੈਂਦਾ, ਕੋਈ ਮੇਲ ਮਿਲਾਪ ਕਰਦਾ ਹੈ। ਹੁਣ ਦੁਨੀਆਦਾਰੀ ਵਿੱਚ ਸ਼ਾਹ ਕਹਿ ਦਿੰਦੇ ਆ ਕਿ ਜਿਹਦੇ ਕੋਲ ਧਨ ਦੌਲਤਾਂ ਹੋਣ ਨਾ, ਜੇ ਕੋਈ ਸੁੱਖ ਹੋਵੇ, ਆਨੰਦ ਹੋਵੇ, ਹਮੇ ਉਹ ਸ਼ਾਹ ਕੋ ਜਾਂਦੇ ਆ, ਮੇਰੀ ਆਸ ਮੁਰਾਦ ਪੂਰੀ ਕਰ ਦੇਗਾ, ਮੇਰੀ ਆਹ ਲੋੜ ਹੈ, ਉਹ ਮੇਰੀ ਲੋੜ ਪੂਰੀ ਕਰ ਸਕਦਾ ਹੈ। ਉਹ ਸ਼ਾਹ ਹੈ, ਉਹ ਸ਼ਾਹ ਹੈ, ਧਨ ਦੌਲਤਾਂ ਦਾ ਸ਼ਾਹ ਹੈ। ਸਾਰੀ ਦੌਲਤਾਂ ਦੇ ਕੋਲ ਹੈ, ਮੁਬਾਰਕ ਹੈ। ਸਾਰੀ ਸੁੱਖ ਉਹਦੇ ਕੋਲ ਹੈ, ਮੁਬਾਰਕ ਹੈ। ਬੰਦਾ ਜਾਂਦਾ ਹੈ, ਸ਼ਾਹ ਜੀ ਮੈਨੂੰ ਆਹ ਚੀਜ਼ ਦੀ ਲੋੜ ਹੈ, ਦੇ ਦਿਓ ਮੈਨੂੰ, ਆਪਾਂ ਕਰ ਲਾਂਗੇ, ਕਿਉਂਕਿ ਉਹ ਸ਼ਾਹ ਹੈ। ਸ਼ਾਹ ਇਸ ਕਰਕੇ ਕਿ ਉਹ ਧਨ ਦੌਲਤਾਂ ਉਹਦੇ ਕੋਲ ਹੈ, ਉਹਨੂੰ ਕਹਿੰਦੇ ਸ਼ਾਹ। ਇਹ ਸ਼ਾਹ ਬੰਦਾ ਹੈ ਜੀ। ਹੁਣ ਇੱਕ ਬਾਣੀ ਅੰਦਰ ਸ਼ਾਹ ਆਉਂਦਾ, ਸ਼ਾਹ ਸੁਲਤਾਨ ਵੀ ਆਉਂਦਾ ਹੈ। ਉਹ ਇਕੱਲਾ ਸ਼ਾਹ ਹੈ ਨਾ, ਜਿਸ ਸਾਰੇ ਨਾਵਾਂ ਲੱਗ ਗਿਆ, ਫਲਾਣਾ ਸ਼ਾਹ ਜੀ, ਫਲਾਣਾ ਲਾਲਾ ਜੀ। ਜੇ ਕੋਈ ਲਾਲਾ ਦਾ ਢੇਰ ਹੈ, ਦੌਲਤਾਂ ਦਾ ਢੇਰ ਹੈ। ਹੁਣ ਇੱਕ ਸ਼ਾਹ ਸੁਲਤਾਨ ਵੀ ਆਉਂਦਾ ਹੈ। ਗੁਰੂ ਰਹਿਬਰ ਪੀਰ ਪੈਗੰਬਰ ਹੋਏ, ਸ਼ਾਹ ਸੁਲਤਾਨਾ ਖੁਆਏ ਹੈ। ਤੇ ਜੋ ਬੰਦੇ ਦੀ ਮਾਨਸ ਦੇਹੀ ਹੈ, ਇਹ ਮਾਨਸ ਦੇਹੀ ਨੂੰ ਵੀ ਸ਼ਾਹ ਸੁਲਤਾਨ ਕਿਹਾ ਹੈ।
ਸਭ ਜੀਵਨਾਂ ਤੋਂ ਉੱਤਮ। ਕਹਿੰਦੇ ਸ਼ਾਹ ਸੁਲਤਾਨ ਹੈ, ਇਹ ਸਾਰੇ ਜੀਵਾਂ ਦਾ ਸ਼ਾਹ ਹੈ, ਮਾਲਕ ਹੈ, ਸੁਲਤਾਨ ਹੈ। ਸਾਰੇ ਖਜ਼ਾਨੇ ਕਹਿੰਦੇ ਇਹਦੇ ਹੱਥ ਵਿੱਚ ਰੱਬ ਨੇ ਖਜ਼ਾਨੇ ਸਾਰੇ ਦਿੱਤੇ ਇਹਨੂੰ, ਸਾਰੀ ਰਹਿਮਤਾਂ ਦਾ ਪਾਤਰ ਬਣਾਇਆ ਹੈ ਇਹ ਇਨਸਾਨ ਨੂੰ। ਇਹ ਸ਼ਾਹ ਸੁਲਤਾਨ ਹੈ, ਕਹਿੰਦੇ ਇੱਕ ਉਹ ਸ਼ਾਹ ਸੁਲਤਾਨ ਹੈ। ਸੰਸਾਰੀ ਸ਼ਾਹ ਹੁੰਦਾ, ਕਰਤਾਰੀ ਸ਼ਾਹ ਹੁੰਦਾ। ਜਿਹਦੇ ਕੋਲ ਕਰਤਾਰ ਦੇ ਖਜ਼ਾਨੇ ਹੁੰਦੇ ਹੈ, ਕਰਤਾਰ ਦੀ ਮੱਤ ਹੁੰਦੀ ਹੈ, ਉਹ ਰੱਬ ਦਾ ਜਿਹਦੇ ਕੋਲ ਗਿਆਨ ਹੁੰਦਾ ਨਾ, ਉਹ ਗਿਆਨ ਖਜ਼ਾਨੇ, ਗਿਆਨ ਦੇ ਦੌਰ ਦਾ ਗਿਆਨ ਖਜ਼ਾਨੇ ਜਿਹਦੇ ਕੋਲ ਹੁੰਦੇ ਨਾ, ਉਹਨੂੰ ਕਹਿੰਦੇ ਸ਼ਾਹ। ਅਸਲ ਵਿੱਚ ਸ਼ਾਹ ਜਿਹੜਾ ਨਾ ਉਹ ਹੈ, ਅਸਲ ਵਿੱਚ ਸ਼ਾਹ ਉਹ ਹੈ ਜਿਹਦੇ ਕੋਲ ਰੱਬ ਦੀਆਂ ਰਹਿਮਤਾਂ ਵਾਲੀਆਂ ਦੌਲਤਾਂ ਹੈ, ਰੱਬ ਦੀਆਂ ਗਿਆਨ ਵਾਲੀਆਂ ਦੌਲਤਾਂ ਹੈ, ਗਿਆਨ ਖਜ਼ਾਨੇ ਜਿਹਦੇ ਕੋਲ ਨਾ, ਅਸਲ ਵਿੱਚ ਸ਼ਾਹ ਉਹ ਹੈ। ਹੁਣ ਇੱਥੇ ਬੁੱਲੇ ਸ਼ਾਹ ਜੀ ਜਿਹਦੇ ਕੋਲ ਰੱਬ ਦੇ ਖਜ਼ਾਨੇ ਹੈ, ਉਹਦੀ ਰਹਿਮਤਾਂ ਵਾਲੇ ਖਜ਼ਾਨੇ ਹੈ, ਨਾਮ ਸਿਮਰਨ ਵਾਲੇ ਖਜ਼ਾਨੇ ਹੈ, ਉਹ ਪ੍ਰੇਮ ਮੁਹੱਬਤ ਇਸ਼ਕ ਦੇ ਖਜ਼ਾਨੇ ਹੈ। ਕਿਉਂਕਿ ਇਹ ਖਜ਼ਾਨੇ ਹੈ ਜਿਹੜੇ ਬੰਦੇ ਨੂੰ ਨਿਖਾਰਦੇ ਹੈ, ਸਵਾਰਦੇ ਹੈ, ਉਹ ਰੱਬ ਦੇ ਨਾਲ ਇੱਕ ਮਿੱਕ ਹੋ ਜਾਂਦਾ, ਗੁਰੂ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ। ਇਹ ਉਹ ਖਜ਼ਾਨੇ ਹੈ। ਜਿਹੜਾ ਖਜ਼ਾਨਾ ਹਾਸਿਲ ਕਰ ਰਿਹਾ ਉਹ ਹੋ ਜਾਂਦਾ ਹੈ ਸ਼ਾਹ। ਹੋਏ ਤੇ ਹੁਣ ਇੱਕ ਸੰਸਾਰੀ ਸ਼ਾਹ ਹੁੰਦਾ ਹੈ, ਉਹ ਸੰਸਾਰ 'ਚ ਰਹਿ ਜਾਣਾ, ਗਾਹ ਨਹੀਂ ਜਾਣਾ। ਇੱਕ ਕਰਤਾਰੀ ਸ਼ਾਹ ਹੁੰਦਾ ਹੈ, ਉਹ ਇੱਥੇ ਵੀ ਸ਼ਾਹ ਹੈ ਤੇ ਰੱਬ ਦੀ ਦਰਗਾਹ ਅੰਦਰ ਵੀ ਉੱਥੇ ਵੀ ਸ਼ਾਹ ਹੈ। ਕਿਉਂਕਿ ਪ੍ਰੇਮ ਦੇ ਖਜ਼ਾਨੇ, ਇਸ਼ਕ ਦੇ ਖਜ਼ਾਨੇ ਉਹਦੇ ਕੋਲ ਹੈ, ਕਿਉਂਕਿ ਉਹ ਇਸ਼ਕ ਦੇ ਖਜ਼ਾਨਿਆਂ ਨਾਲ ਭੇਜਦਾ ਹੈ, ਸੰਸਾਰੀ ਖਜ਼ਾਨਿਆਂ ਨਾਲ ਨਹੀਂ। ਸੋ ਇਸ਼ਕ ਦੇ ਖਜ਼ਾਨੇ ਪਾ ਕੇ ਬੰਦਾ ਬਣਦਾ ਹੈ ਸ਼ਾਹ। ਫਿਰ ਤੇ ਬੁੱਲੇ ਸ਼ਾਹ ਜੀ, ਬੁੱਲੇ ਸ਼ਾਹ ਸਮਾਂ ਕੋਲ ਹੈ ਥੋੜਾ। ਕਹਿੰਦੇ ਸਮਾਂ ਬਹੁਤ ਥੋੜਾ ਹੈ। ਕਿੱਥੋਂ ਸ਼ੁਰੂਆਤ ਹੋਈ ਸੀ ਇਹ ਕਥਾ ਕਹਾਣੀ ਦੀ ਕਿ ਜੀਵਨ ਬਹੁਤ ਛੋਟਾ ਹੈ, ਇਨਸਾਨ ਦਾ ਜੀਵਨ ਬਹੁਤ ਛੋਟਾ ਹੈ, ਸਮਾਂ ਬਹੁਤ ਥੋੜਾ ਹੈ, ਇਨਸਾਨ ਕੋਲ ਸਮਾਂ ਬਹੁਤ ਹੀ ਥੋੜਾ ਹੈ। ਉਹਦੇ ਕਿਤੇ ਵਿਸ਼ਵਾਸਾਂ ਦੀ ਪੂੰਜੀ ਖਤਮ ਹੋ ਜਾਣੀ ਹੈ, ਕਿਤੇ ਸਾਹ ਰੁਕ ਜਾਣੇ ਹੈ। ਕੋਈ ਪੱਕਾ ਸਹੀ ਪਤਾ ਬੰਦੇ ਨੂੰ ਜਾਂ ਇੰਨੇ ਸਾਲ ਮੈਂ ਜੀਣਾ ਹੈ ਭਾਈ, ਮੈਂ ਕਾਰਜ ਕਰ ਲੂੰ, ਮੈਂ ਕਰਮ ਕਰ ਲੂੰਗਾ, ਕੋਈ ਗੱਲ ਨਹੀਂ, ਇੰਨੇ ਸਾਲ ਮੇਰੇ ਪਏ ਹੈ। ਕੋਈ ਲਿਖ ਹੀ ਨਹੀਂ ਦੇ ਸਕਦਾ ਕਿ ਇੰਨੇ ਸਾਲ ਮੈਂ ਜੀਣਾ ਹੈ। ਬੁੱਲੇ ਸ਼ਾਹ ਸਮਾਂ ਕੋਲ ਹੈ ਥੋੜਾ ਤੇ ਕਰਨਾ ਬਹੁਤ ਕੁਝ ਬਾਕੀ। ਕਹਿੰਦੇ ਪਿਆਰੇ ਸਮਾਂ ਥੋੜਾ ਹੈ ਤੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਤੋਂ ਪਹਿਲਾਂ ਕਿ ਤੂੰ ਬਹੁਤ ਕੁਝ ਜੋ ਕਰਨਾ ਹੈ ਨਾ, ਉਹ ਤੂੰ ਕਰ ਹੀ ਨਾ ਸਕੇ ਤੇ ਮੁੱਕ ਜਾਏ, ਖਤਮ ਹੋ ਜਾਏ, ਸਮਾਂ ਹੀ ਮੁੱਕ ਜਾਏ। ਕਿਉਂਕਿ ਸਮਾਂ ਥੋੜਾ ਹੈ ਨਾ। ਲੈ ਪਿਆਰ ਤੇ ਸਮਾਂ ਥੋੜਾ ਹੈ, ਤੂੰ ਅੱਜ ਜਲਦੀ ਜਲਦੀ ਕਾਰਜ ਕਰ ਲੈ। ਜੇ ਡਾਕਟਰ ਕਹਿੰਦੇ ਲੈ ਵੀ ਹੁਣ ਬੰਦਾ ਮਰਨ ਤੇ ਆਇਆ, ਇਹਦੇ ਕੋਲ ਸਮਾਂ ਥੋੜਾ ਹੀ ਹੈ ਭਾਈ, ਕੋਈ 4 ਦਿਨ ਹੈ, ਕੋਈ 4 ਘੰਟੇ ਹੈ, ਜਾਓ ਇਹ ਸੇਵਾ ਬੰਦਗੀ ਕਰ ਲਓ। ਡਾਕਟਰ ਕਹਿ ਦਿੰਦੇ ਨਾ, ਜੇ ਕੋਈ ਬੰਦਾ ਬਹੁਤ ਸੀਰੀਅਸ ਹੁੰਦਾ ਹੈ, ਡਾਕਟਰ ਕੋਲ ਲੈ ਕੇ ਗਏ, ਹਮ ਡਾਕਟਰ ਸਾਹਿਬ ਇਹਨੂੰ ਬਚਾਓ, ਸਾਡੀ ਜ਼ਮੀਨ ਜਾਂਦੀ ਹੈ ਜਾਣ ਦਿਓ, ਪੈਸਾ ਜਾਂਦਾ ਹੈ ਜਾਣ ਦਿਓ, ਸਾਡਾ ਲਹੂ ਵੀ ਲੈ ਲਓ, ਸਾਡਾ ਖੂਨ ਵੀ ਲੈ ਲਓ, ਜੋ ਸਾਡੇ ਕੋਲ ਹੈ ਤੁਸੀਂ ਲੈ ਲਓ, ਉਹ ਬੰਦੇ ਜਾਨ ਬਚਾ ਲਓ। ਉਹ ਕਹਿੰਦੇ ਨਹੀਂ, ਡਾਕਟਰ ਕਹਿੰਦਾ ਆਪਾਂ ਨਹੀਂ ਹੁਣ ਬਚਾ ਸਕਦੇ ਕਿਉਂਕਿ ਸਮਾਂ ਬਹੁਤ ਥੋੜਾ ਹੈ ਇਹਦੇ ਕੋਲ, ਦੇਖੋ ਸਮਾਂ ਬਹੁਤ ਥੋੜਾ ਹੈ, 2 ਦਿਨ ਹੈ, 3 ਦਿਨ, 4 ਦਿਨ ਹੈ, 5 ਘੰਟੇ ਹੈ। ਹੁਣ ਇਹ ਸੇਵਾ ਬੰਦਗੀ ਕਰ ਲਓ ਭਾਈ, ਲੈ ਜਾਓ ਘਰ, ਜੋ ਕਹਿੰਦਾ ਨਾ ਉਹ ਕਰੀ ਜਾਓ, ਸੇਵਾ ਇਹਦੀ ਕਮਾ ਲਓ। ਕੋਈ ਸਮਾਂ ਤੋਂ ਹੁਣ ਥੋੜਾ ਹੈ, ਸਮਾਂ ਵਧਾ ਸਕਦੇ ਨਹੀਂਗੇ। ਹੁਣ ਡਾਕਟਰ ਲੋਕ ਉਹਦਾ ਸਮਾਂ ਵਧਾ ਨਹੀਂ ਸਕਦੇ ਕਿ ਵਧਾ ਸਕਣ, ਔਖਾ ਹੈ। ਬੁੱਲੇ ਸ਼ਾਹ ਸਮਾਂ ਕੋਲ ਹੈ ਥੋੜਾ ਕਿ ਪਿਆਰੇ ਤੇਰੀ ਜ਼ਿੰਦਗਾਨੀ ਬਹੁਤ ਛੋਟੀ ਹੈ ਤੇ ਤੂੰ ਸਮਾਂ ਬਹੁਤ ਥੋੜਾ ਹੈ।
ਸਮਾਂ ਹੌਲੀ ਹੌਲੀ ਦੌੜਾ ਜਾ ਰਿਹਾ, ਦੌੜਾ ਜਾ ਰਿਹਾ, ਦੌੜਾ ਜਾ ਰਿਹਾ, ਫੜ ਨਹੀਂ ਸਕਦਾ ਕੋਈ। ਸਮਾਂ ਕੋਈ ਕਿਸੇ ਦਾ ਗੁਲਾਮ ਨਹੀਂ ਹੈ ਕਿ ਸਮਾਂ ਕਿਸੇ ਦਾ ਗੁਲਾਮ ਹੋਵੇ, ਕੋਈ ਬੰਨ੍ਹ ਸਕੇ ਸਮੇਂ ਨੂੰ, ਰੋਕ ਸਕੇ ਸਮੇਂ ਨੂੰ, ਤਾਂ ਨਹੀਂ। ਇਹੋ ਜਿਹੇ ਬਲਸ਼ਾਲੀ ਬਾਹੂਬਲੀ ਵੀ ਇਹੋ ਜਿਹੇ ਹੋਏ ਹੈ ਜੋ ਸਮੇਂ ਨੂੰ ਰੋਕਣ ਲੱਗੇ ਸੀ, ਹਨੂੰਮਾਨ ਵਰਗੇ, ਪਰ ਨਹੀਂ ਕਰ ਸਕੇ, ਨਹੀਂ ਰੋਕ ਸਕੇ, ਨਹੀਂ ਲਿਆ ਸਕੇ ਉਹ ਸਮਾਂ ਜਿਹੜਾ ਸਮਾਂ ਚਾਹੁੰਦੇ ਸੀ, ਨਹੀਂ ਲਿਆ ਸਕੇ। ਸੋ ਬੁੱਲੇ ਸ਼ਾਹ ਸਮਾਂ ਕੂਲ ਹੈ ਥੋੜ੍ਹਾ, ਕਰਨਾ ਬਹੁਤ ਕੁਝ ਬਾਕੀ। ਹੁਣ ਸਮਾਂ ਥੋੜ੍ਹਾ ਤੇ ਬਹੁਤ ਕੁਝ ਕਰਨਾ ਬਾਕੀ। ਹੁਣ ਬਹੁਤ ਕੁਝ ਇੱਥੇ ਕੀ ਹੈ? ਕੀ ਤੁਸੀਂ ਕਹੋਗੇ ਬਹੁਤ ਕੁਝ? ਧਿਆਨ ਕਿੱਧਰ ਜਾਂਦਾ ਬੰਦੇ ਦਾ? ਕਿੱਧਰ ਧਿਆਨ ਜਾਂਦਾ ਬੰਦੇ ਦਾ ਜਦੋਂ ਬਹੁਤ ਕੁਝ ਦੀ ਬਾਕੀ ਹੈ? ਕਿ ਬਹੁਤ ਕੁਝ ਕੰਮ ਕਰਨਾ ਹੈ। ਆਹ ਭੈਣ ਚਲੀਏ ਬਾਜ਼ਾਰ ਨੂੰ ਮੜ ਜਾ, ਨਹੀਂ ਮੇਰਾ ਕੰਮ ਬਹੁਤ ਪਿਆ ਹੈ, ਮੈਂ ਕੱਪੜੇ ਵੀ ਧੋਣੇ ਹੈ, ਭਾਂਡੇ ਵੀ ਧੋਣੇ ਹੈ, ਆਹ ਵੀ ਕੰਮ ਕਰਨਾ, ਉਹ ਵੀ ਕਰਨਾ, ਮੇਰਾ ਤਾਂ ਕੰਮ ਹੀ ਬਹੁਤ ਪਿਆ ਹੈ, ਮੇਰਾ ਟਾਈਮ ਹੀ ਹੈ ਨਹੀਂ। ਭਾਈ ਤੂੰ ਚੱਲ ਕੋਈ ਨਹੀਂ, ਮੈਂ ਤੈਨੂੰ ਹੱਥ ਵਟਾ ਦੂੰਗੀ, ਆ ਚਲੀਏ। ਨਾ ਨਾ, ਸਮਝ ਹੈ ਨਹੀਂ। ਹੁਣ ਇੱਥੇ ਧਿਆਨ ਬਦਲ ਜਾਂਦਾ ਸੰਸਾਰ ਦੇ ਵੱਲ, ਸੰਸਾਰ ਦੇ ਕੰਮਾਂ ਕਾਰਾਂ ਦੇ ਵੱਲ। ਬਹੁਤ ਕੁਝ ਬਾਕੀ ਪਿਆ ਭਾਈ, ਸਮਾਂ ਹੈ ਨਹੀਂ। ਕੁਝ ਮੌਜ ਮਸਤੀਆਂ ਮਾਣ ਸਕਾਂ, ਰੰਗ ਲੜੀਆਂ ਮਾਣ ਸਕਾਂ, ਮੇਰੇ ਕੋਲ ਸਮਾਂ ਹੈ ਨਹੀਂ। ਇਹ ਮਹਿਫਲਾਂ ਵਿੱਚ ਬਹਿ ਸਕਾਂ, ਮੇਰੇ ਤੋਂ ਸਮਾਂ ਹੈ ਨਹੀਂ, ਕਿ ਮੇਰੇ ਕਾਰਜ ਬਹੁਤ ਹੈ। ਆ ਧੀ ਵਿਆਹੁਣੀ ਹੈ ਭਾਈ, ਪੁੱਤ ਵਿਆਹੁਣਾ ਹੈ, ਆਹ ਰੰਗ ਦੇਖਣੇ, ਆਹ ਰੰਗ ਦੇਖਣੇ, ਦੋਤਿਆਂ ਪੋਤਿਆਂ ਨੂੰ ਮੈਂ ਖੇਡਣਾ ਹੈ, ਆਹ ਕਾਰਜ ਕਰਨੇ ਹੈ। ਸਮਾਂ ਥੋੜ੍ਹਾ ਹੈ। ਸੋ ਬੁੱਲੇ ਸ਼ਾਹ ਇੱਥੇ ਕਹਿਣ ਦਾ ਭਾਵ ਕਿ ਜਦੋਂ ਬਹੁਤ ਦੀ ਗੱਲ ਆਉਂਦੀ ਹੈ ਨਾ, ਤੇ ਬੰਦਾ ਧਿਆਨ ਜਾਂਦਾ ਹੈ ਸੰਸਾਰ ਦੇ ਵੱਲ, ਕਿ ਮੈਂ ਆਹ ਵੀ ਕਾਰਜ ਕਰਨਾ, ਆਹ ਵੀ ਕਾਰਜ ਕਰਨਾ, ਆਹ ਵੀ ਕਾਰਜ ਕਰਨਾ ਹੈ। ਭਾਈ ਸਤਸੰਗ ਵਿੱਚ ਬਹਿਣ ਦਾ ਮੇਰੇ ਕੋਲ ਟਾਈਮ ਹੈ ਨਹੀਂ। ਜਿੱਦਾਂ ਕਈ ਆਉਂਦੇ ਆ ਨਾ, ਕਈ ਆਉਂਦੇ ਆ ਉਹ ਗੁਰੂ ਦੇ ਗਿਆਨ ਦੇ ਨਾਲ, ਉਹ ਰੱਬ ਦੇ ਨਾਲ ਵੀ, ਗੁਰੂ ਦੇ ਨਾਲ ਵੀ ਖੇਡਦੇ ਆ। ਜਿੱਦਾਂ ਬੱਚੇ ਕਿਹੜੀ ਗੇਮ ਖੇਡਦੇ ਹੁੰਦੇ, ਉਹ ਛੂਣ ਮਾਟੀ, ਪੰਜਾਬੀ 'ਚ ਕਹਿੰਦੇ ਛੂਣ ਮਾਟੀ ਹੈ ਨਾ, ਅੰਗਰੇਜ਼ੀ 'ਚ ਉਹਨੂੰ ਕੀ ਕਹਿੰਦੇ ਆ? ਹੈਂਡ ਸੀਕ, ਇੱਦਾਂ ਕੁਛ ਕਹਿੰਦੇ ਆ ਨਾ। ਛੂਣ ਮਾਟੀ ਖੇਡਦੇ ਆ ਗੁਰੂ ਦੇ ਨਾਲ, ਦਰਗਾਹ ਦੇ ਨਾਲ, ਗਿਆਨ ਦੇ ਨਾਲ, ਸਤਸੰਗ ਦੇ ਨਾਲ। ਉਹ ਸੱਚ ਦੇ ਨਾਲ ਵੀ ਛੂਣ ਮਾਟੀ ਖੇਡਦੇ ਆ ਕਿ ਲੈ ਹੁਣ ਆਹ ਤੈਨੂੰ ਛੂਹ ਰਿਹਾ, ਹੁਣ ਤੂੰ ਸਾਡੇ ਪਿੱਛੇ ਪਿੱਛੇ ਆ, ਹੁਣ ਤੇਰੀ ਵਾਰੀ। ਕਰਦੇ ਨਾ ਇੱਦਾਂ ਕਈ, ਦੇਖੋਗੇ ਕਿਹੜਾ ਕਿਹੜਾ ਕਰਦਾ ਇੱਦਾਂ। ਹਲੇ ਰੱਬ ਦੀ ਦਰਗਾਹ ਨੂੰ ਆ ਕੇ ਛੂਹ ਲਿਆ, ਮੱਥਾ ਟੇਕ ਲਿਆ, ਹੁਣ ਦੌੜੀਏ, ਲੈ ਗੁਰੂ ਮਹਾਰਾਜ ਤੈਨੂੰ ਛੂਹ ਲਿਆ, ਹੁਣ ਤੇਰੀ ਵਾਰੀ ਹੈ ਸਾਨੂੰ ਛੂਹਣ ਦੀ, ਤੂੰ ਸਾਨੂੰ ਹੁਣ ਛੂਹ। ਮੈਂ ਚੱਲਾਂ ਹੁਣ ਅੱਗੇ ਅੱਗੇ, ਲੁਕਣ ਲੱਗਾ ਮੈਂ ਜਾ ਘਰ ਦੇ ਅੰਦਰ, ਹੁਣ ਛੂਹ ਤੁਹਾਨੂੰ। ਤੇ ਇਹ ਛੂਹਣ ਮਾਟੀ ਖੇਡਣ ਵਾਲੇ ਨਾ ਕਦੇ ਸਫਲ ਨਹੀਂ ਹੁੰਦੇ। ਭਾਈ ਤੈਨੂੰ ਲੋੜ ਹੈ ਤਾਂ ਟਿਕ, ਛੂਹਣ ਮਾਟੀ ਨਾਲ ਗੇਮ ਨਾ ਖੇਡ ਗੁਰੂ ਦੇ ਨਾਲ। ਸੋ ਬੁੱਲੇ ਸ਼ਾਹ ਸਮਾਂ ਕੋਲ ਥੋੜ੍ਹਾ। ਬੰਦਾ ਆਇਆ ਸਤਸੰਗ ਦੇ ਅੰਦਰ, ਗੁਰੂ ਦਰਗਾਹ ਦੇ ਅੰਦਰ, ਬਾਣੀ ਦੀ ਹਜ਼ੂਰੀ ਅੰਦਰ, ਜਿਹਦੇ ਵਿਚਾਰਧਾਰਾ ਹੋ ਰਹੀ ਹੈ, ਵਿਚਾਰਧਾਰਾ ਦੇ ਅੰਦਰ ਆਇਆ, ਹੁਣ ਛੂਹਣ ਮਾਟੀ ਖੇਡੀ, ਦੌੜਿਆ। ਭਾਈ ਬਹਿ ਜਾ 2 ਮਿੰਟ, ਸੁਣ ਲੈ ਕੋਈ ਗਿਆਨ ਧਿਆਨ ਦੀ ਗੱਲ, ਤੇਰੇ ਕੰਮ ਆ ਜਾਊ। ਕਹਿੰਦਾ ਨਹੀਂ ਭਾਈ ਮੇਰੇ ਤੋਂ ਸਮਝ ਹੈ ਨਹੀਂ। ਬਾਣੀ ਦੀ ਹਜ਼ੂਰੀ ਅੰਦਰ, ਵਿਚਾਰਧਾਰਾ ਦੀ ਹਜ਼ੂਰੀ ਅੰਦਰ, ਸਤ ਸੰਗ ਦੀ ਹਜ਼ੂਰੀ ਅੰਦਰ, ਉਹ ਸੱਚ ਨਾਲ ਜੁੜ ਸਕਾਂ, ਧਾਰਨ ਕਰ ਸਕਾਂ ਆਪਣੇ ਅੰਦਰ। ਮੇਰੇ ਤੋਂ ਸਮਾਂ ਹੈ ਨਹੀਂ, ਕਰਦੇ ਕੰਮ ਬਹੁਤ ਹੈ। 9 ਪਤਾ ਨਹੀਂ ਉੱਠੀ ਕਿ ਨਹੀਂ ਉੱਠੀ, ਸ਼ਾਇਦ ਕੁੜੀ ਬੱਚਾ ਕੋਈ ਰੋਂਦਾ ਹੋਵੇ, ਉਹਦੀ ਭੁੱਖ ਪਿਆਸ ਵੀ ਦੇਖਣੀ ਹੈ। ਫਿਰ 9 ਮਿੰਟ ਜਾ ਕੇ ਉੱਠਦੀ ਹੈ, 9 ਵਜੇ ਜਦੋਂ ਸੂਰਜ ਨਿਕਲਦਾ। ਬੰਦੇ ਆਪਣੇ ਕੰਮ 'ਤੇ ਵੀ ਤੋਰਨਾ, ਰੋਟੀ ਪਾਣੀ ਵੀ ਕਰਨਾ। ਮੇਰੇ ਤੋਂ ਸਮਝ ਹੈ ਨਹੀਂ ਭਾਈ ਕਿ ਵਿਚਾਰਧਾਰਾ 'ਚ ਬਹਿ ਸਕਾਂ, ਵਿਚਾਰ ਲੈ ਸਕਾਂ। ਕਿਉਂਕਿ ਧਿਆਨ ਜਾ ਬੰਦੇ ਦਾ ਸੰਸਾਰੀ ਕੰਮਾਂ ਕਾਰਾਂ ਦੇ ਵੱਲ, ਕਿ ਮੇਰੇ ਤੋਂ ਆਹ ਵੀ ਕੰਮ ਬਾਕੀ, ਆਹ ਵੀ ਕੰਮ ਬਾਕੀ, ਆਹ ਵੀ ਕੰਮ ਬਾਕੀ ਹੈ। ਦਿਨ ਤਾਂ ਬਹੁਤ ਛੋਟਾ ਜਿਹਾ, ਇਹ ਦਿਨ ਤਾਂ ਦੌੜੀ ਜਾਂਦੇ ਭਾਈ, ਸਮਾਂ ਦੌੜਾ ਜਾਂਦਾ ਹੈ। ਰਾਤ ਨੂੰ 11-12 ਵੱਜ ਜਾਂਦੇ ਮੈਨੂੰ ਵਿਹਲੀ ਹੁੰਦੇ ਆ। ਸੋ ਬੁੱਲੇ ਸ਼ਾਹ ਸਮਾਂ ਕੋਲ ਥੋੜ੍ਹਾ, ਕਰਨਾ ਬਹੁਤ ਕੁਝ ਬਾਕੀ। ਹੁਣ ਬਹੁਤ ਕੁਝ ਇੱਥੇ ਸੰਸਾਰ ਵੱਲ ਨਹੀਂ ਹੈ,
ਇਹ ਸੰਸਾਰੀ ਗੱਲ ਕਰਦੇ ਆ। ਜਿਹੜੇ ਸੰਸਾਰ ਵਿੱਚ ਫਸੇ ਨਾ, ਉਹ ਸੰਸਾਰੀ ਗੱਲ ਕਰਨਗੇ। ਕਿ ਜਿਹਨਾਂ ਧਿਆਨ ਸੁਰਤ ਕਰਤਾਰ ਦੇ ਵੱਲ ਹੈ, ਉਹ ਕਰਤਾਰੀ ਗੱਲ ਕਰਨਗੇ। ਇੱਥੇ ਕਰਤਾਰ ਦੀ ਗੱਲ ਕੀਤੀ, ਬਹੁਤ ਕੁਝ ਕਰਤਾਰ ਹੈ, ਇੱਥੇ ਬਹੁਤ ਕੁਝ ਸੰਸਾਰ ਨਹੀਂ ਹੈ। ਹੁਣ ਕੋਈ ਬਹੁਤ ਕੁਝ ਹਾਸਿਲ ਕਰਕੇ ਵੀ ਕਹਿੰਦੇ ਕੁਝ ਹੈ ਹੀ ਨਹੀਂ। ਬਸ ਕਈ ਬਹੁਤ ਹੀ ਦੌਲਤ ਹੈ, ਉਹ ਕਹਿੰਦਾ ਹੈ ਨਹੀਂ। ਬਹੁਤੀਆਂ ਜ਼ਮੀਨਾਂ 100-100 ਕਿੱਲੇ ਜ਼ਮੀਨਾਂ ਹੈ, ਉਹ ਕਹਿੰਦਾ ਹੈ ਨਹੀਂ। ਉਹ ਚਾਹੁੰਦਾ ਹੈ। ਧੀਆਂ ਪੁੱਤਰ ਹੈ, ਉਹ ਕਹਿੰਦਾ ਸੁੱਖ ਹੀ ਹੈ ਨਹੀਂ। ਹੁਣ ਸੁੱਖ ਚਾਹੁੰਦਾ ਹੈ। ਸਭ ਕੁਝ ਹਾਸਿਲ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਹੈ ਨਹੀਂ। ਹੁਣ ਹੈ ਕੀ ਨਹੀਂ ਹੈ, ਹੈ ਕੀ ਨਹੀਂ ਹੈ। ਤੇ ਜਿਹਦੇ ਨਾਲ ਬਹੁਤ ਕੁਝ ਜੁੜਿਆ ਹੈ, ਭਾਵ ਕਿ ਬਹੁਤ ਕੁਝ, ਉਹ ਪਰਮਾਤਮਾ ਆਨੰਦ ਨਹੀਂ ਹੈ, ਉਹ ਸ਼ਾਂਤੀ ਸਕੂਨ ਨਹੀਂ ਹੈ। ਸੋ ਉਹਨੂੰ ਕਰਨਾ ਹੈ ਆਪਣਾ, ਉਹਨੂੰ ਹਾਸਿਲ ਕਰਨਾ ਹੈ। ਤੇ ਸਮੇਂ ਦੇ ਰਹਿੰਦਿਆਂ ਇਹ ਸਵਾਸ ਚੱਲਦੇ ਚਾਹੁੰਦੇ ਜਿਵੇਂ ਕਿ ਸਮਾਂ ਹੈ ਨਾ, ਸਮੇਂ ਰਹਿੰਦਿਆਂ ਉਹ ਬਹੁਤ ਕੁਝ, ਭਾਵ ਕਿ ਪਰਮਾਤਮਾ ਨੂੰ, ਆਨੰਦ ਨੂੰ ਹਾਸਿਲ ਕਰਨ ਦੇ ਕਰ ਕਹਿੰਦੇ ਪਿਆਰਿਆ, ਤੇ ਸਮਾਂ ਥੋੜ੍ਹਾ ਹੈ, 4 ਦਿਨਾਂ ਦੀ ਤੇਰੀ ਜ਼ਿੰਦਗਾਨੀ ਹੈ। ਪਤਾ ਨਹੀਂ ਕਿਹੜੇ ਮੋੜ ਤੇ ਆ ਕੇ ਨੇ ਸਾਥ ਛੱਡ ਜਾਣਾ ਹੈ, ਦੁਬਾਰਾ ਪ੍ਰਾਪਤ ਨਹੀਂ ਹੋਣਾ। ਜਿੰਨਾ ਵੀ ਸਮਾਂ ਤੈਨੂੰ ਮਿਲਿਆ ਹੈ, ਸਮੇਂ ਦਾ ਲਾਹਾ ਲੈ, ਤੂੰ ਆਨੰਦ ਨੂੰ ਕਮਾਉਣ ਦੀ ਕੋਸ਼ਿਸ਼ ਕਰ। ਬਹੁਤਾ ਕੁਝ, ਬਹੁਤ ਪਰਮਾਤਮਾ ਨੂੰ, ਕਿਉਂਕਿ ਪਰਮਾਤਮਾ ਤੋਂ ਬਹੁਤ ਕੁਝ ਆ ਜਾਂਦਾ ਹੈ। ਕਿ ਜੋ ਵੀ ਆਪਾਂ ਵੇਖਦੇ ਹਾਂ ਸਾਰਾ ਉਹਦਾ ਹੀ ਹੈ ਨਾ, ਸਭ ਕੁਝ ਉਹਦਾ ਹੀ ਹੈ। ਸੋ ਬਹੁਤਾ ਇੱਥੇ ਪਰਮਾਤਮਾ ਵੱਲ ਧਿਆਨ ਦਿੱਤਾ ਹੈ ਕਿ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਬਹੁਤ ਕੁਝ। ਪਰਮਾਤਮਾ ਨੇ ਬਹੁਤ ਕੁਝ ਮੈਨੂੰ ਦਿੱਤਾ ਹੈ, ਗਿਣਤੀ ਮਿਲਦੀ ਹੈ ਨਹੀਂ। ਬੁੱਲੇ ਸ਼ਾਸਨਾ ਕੋਲ ਥੋੜਾ ਕਰਨਾ, ਬਹੁਤ ਕੁਝ ਬਾਕੀ। ਭਾਵ ਕਿ ਪਰਮਾਤਮਾ ਨੂੰ ਆਪਣੇ ਵੱਲ ਕਰਨਾ, ਆਪਣਾ ਕਰਨਾ, ਉਹਦੇ ਨਾਲ ਇੱਕਮਿਕ ਹੋ ਜਾਣਾ। ਇਹ ਇੱਕਮਿਕ ਹੋਣ ਦੀ ਗੱਲ ਹੈ ਕਿ ਸਮਾਂ ਰਹਿੰਦਿਆਂ ਉਹਨੂੰ ਇੱਕਮਿਕ ਹੋ ਜਾ। ਤੈਨੂੰ ਸਮਾਂ ਦਿੱਤਾ ਤੇ ਲਾਹਾ ਲੈ ਇਹਦਾ। ਬੁੱਲੇ ਸ਼ਾਸਨਾ ਕੋਲ ਥੋੜਾ ਕਰਨਾ, ਬਹੁਤ ਕੁਝ ਬਾਕੀ। ਕਿ ਪਿਆਰਿਆ, ਸਮਾਂ ਰਹਿੰਦਿਆਂ ਉਹਨੂੰ ਆਪਣਾ ਕਰ ਲੈ, ਉਹ ਸ਼ਾਂਤੀ ਨੂੰ, ਆਨੰਦ ਨੂੰ, ਮੰਜ਼ਿਲ ਦਾ ਹੋ ਜਾ, ਮੰਜ਼ਿਲ ਤੇ ਪਹੁੰਚ ਜਾ। ਕਿ ਸਮਾਂ ਮੁੱਕ ਗਿਆ, ਫਿਰ ਬਾਅਦ ਸਮਾਂ ਤੈਨੂੰ ਮਿਲਣਾ ਨਹੀਂ ਹੈ, ਕਿ ਬਾਅਦ ਤੈਨੂੰ ਸਮਾਂ ਮਿਲ ਜਾਏ। ਤੇਰਾ ਸਫ਼ਰ ਫਿਰ ਉੱਥੋਂ ਹੀ ਸ਼ੁਰੂ ਹੋਣਾ, ਪਹਿਲੇ ਪੌੜੇ ਤੋਂ ਹੀ। ਬੁੱਲੇ ਸ਼ਾਸਨ ਕੋਲ ਥੋੜਾ ਕਰਨਾ, ਬਹੁਤ ਕੁਝ ਬਾਕੀ। ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ, ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ, ਪਰ ਮੈਨੂੰ ਥੋੜੀ ਜਾਪੀ। ਦੇਖ ਕੀ ਸਮਝਾਉਣ ਦਾ ਯਤਨ ਕਰ ਰਹੇ ਆ। ਸ਼ਬਦਾਂ 'ਚ ਵਿਚਾਰ ਬਹੁਤ ਹੈ, ਪਰ ਜਿੰਨੀ ਦਾਤਾ ਨੇ ਬਖਸ਼ੀ ਉਹਨੇ ਉਹਦੇ ਅਨੁਸਾਰ ਕਰਦੇ ਆ। ਕਹਿੰਦੇ ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ, ਪਰ ਮੈਨੂੰ ਥੋੜੀ ਜਾਪੀ। ਕਿਉਂਕਿ ਉਹਨਾਂ ਨੂੰ ਥੋੜੀ ਜਾਪੀ ਹੈ ਨਾ, ਤਾਂ ਹੀ ਉਹਨਾਂ ਨੇ ਕਿਹਾ ਨਾ ਕਿ ਨਹੀਂ ਭਾਈ ਜ਼ਿੰਦਗੀ ਬਹੁਤ ਛੋਟੀ ਹੈ, ਕਿ ਰੱਬ ਉਹ ਬਹੁਤਾ ਹੀ ਵੱਡਾ ਹੈ, ਉਹਦੀ ਗਿਣਤੀ ਮਿਣਤੀ ਹੈ ਨਹੀਂ ਕੋਈ ਇੰਨਾ ਵੱਡਾ ਹੈ। ਕਿ ਮੈਂ ਬਹੁਤ ਛੋਟਾ ਹੈ, ਉਹ ਤਾਂ ਬਹੁਤ ਵੱਡਾ ਹੈ। ਤਾਂ ਉਹ ਵੱਡੇ ਨੂੰ ਹਾਸਲ ਕਰਨਾ ਹੈ, ਮੈਂ ਛੋਟਾ, ਸਮਾਂ ਥੋੜਾ ਹੈ। ਬੁੱਲੇ ਸ਼ਾਸਨਾ ਕੋਲ ਥੋੜਾ ਕਰਨਾ, ਬਹੁਤ ਕੁਝ ਬਾਕੀ। ਕਿ ਉਹਨੂੰ ਬਾਕੀ ਹੈ ਭਾਈ, ਅਜੇ ਉਹਨੂੰ ਪਾਉਣਾ, ਹਾਸਲ ਕਰਨਾ ਬਾਕੀ ਹੈ। ਤੇ ਸਮਾਂ ਰਹਿੰਦੇ ਉਹਨੂੰ ਪਾਉਣਾ ਹੈ। ਮੇਰੀ ਕੋਸ਼ਿਸ਼ ਜਾਰੀ ਹੈ, ਮੇਰਾ ਉਦਮ ਜਾਰੀ ਹੈ। ਤੇ ਉਦਮ ਕਰੇਗਾ, ਕੋਸ਼ਿਸ਼ ਕਰੇਗਾ ਤਾਂ ਪਾ ਵੀ ਲਏਗਾ। ਸਲਾਹ ਲੈ। ਬੁੱਲੇ ਸ਼ਾਸਨਾ ਕੋਲ ਥੋੜਾ ਕਰਨਾ, ਬਹੁਤ ਕੁਝ ਬਾਕੀ। ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ। ਕਈ ਕਹਿੰਦੇ ਨਾ ਭਾਈ ਜ਼ਿੰਦਗੀ ਬਹੁਤ ਲੰਬੀ ਹੈ। ਕਿਹਨਾਂ ਵਾਸਤੇ ਲੰਬੀ ਹੁੰਦੀ ਹੈ? ਕਿਹਨੂੰ ਜ਼ਿੰਦਗੀ ਛੋਟੀ ਲੱਗਦੀ ਹੈ ਤੇ ਕਿਹਨਾਂ ਨੂੰ ਜ਼ਿੰਦਗੀ ਲੰਬੀ ਲੱਗਦੀ ਹੈ? ਲੰਬੀ ਕਿਹਨੂੰ ਜ਼ਿੰਦਗੀ ਲੱਗਦੀ ਹੈ? ਕਿ ਜ਼ਿੰਦਗੀ ਬਹੁਤ ਵੱਡੀ ਹੈ, ਇੱਕ ਇੱਕ ਪਲ ਲੰਬਾ ਲੱਗਦਾ ਹੈ, ਇੱਕ ਦਿਨ ਲੰਬਾ ਲੱਗਦਾ ਹੈ। ਲੰਬੀ ਜ਼ਿੰਦਗੀ ਉਹਨੂੰ ਲੱਗਦੀ ਹੈ ਜਿਹੜੇ ਦੁੱਖਾਂ ਵਿੱਚ ਹੁੰਦੇ ਹੈ, ਕਲੇਸ਼ਾਂ ਵਿੱਚ ਹੁੰਦੇ ਹੈ,
हमें जिंदगी नहीं मुकदी भाई। जिंदगी मुके मेरी चिंतावां मुकन, मेरी परेशानियां मुकन, मेरे दुख मुकन। जिंदगी बोझ लगती है, लंबी लगती है, भारी लगती है जे दुखों में होंदे आ। जे सुखों में होण उन जिंदगी छोटी जी लगती है, कदों बीत गई है पता नहीं लगता। कईयां नूं जिंदगी लंबी लगती। हुण जिन्हां नूं इत्थे विछोड़े का एहसास है, वो रब दे नाल विछोड़े का एहसास है, जुदाइयां का एहसास है। जिन्हों एहसास होया ना कि हाँ मैं परमात्मा नालों विछड़िया होया जीव हाँ, परमात्मा नाल विछड़ी हुई मैं आत्मा है, ਉਹਦਾ मैं अंश हाँ हिस्सा पर ਉਹਦੇ ਨਾਲ ਵਿਛੜ चुका ਹਾਂ। जिन्हों इस चीज़ का एहसास होंदा ना उन्होंने फिर एक एक पल सालां नाल लगता है, उन्हें जिंदगानी लंबी लगती है। जिंदगी बहुत लंबी है तो फटाफट मेल मिलाप होवे। कईयां जिंदगी लंबी लगती। जिदा कोई विछोड़ा पिया ना जियां का, एक देश बैठा एक प्रदेश बैठा है। हुण जिहड़ा प्रदेश बैठा है ना उन्होंने जिंदगानी बहुत लंबी लगती है, एक एक पल बहुत लंबा लगता है। जिहड़ा अपना घर में बैठा है, परिवार में बैठा है, धीआं बच्चे बैठा है, वो कहता समा इदां ही गया, पता नहीं लगा। उन्होंने किदां नहीं पता लगा क्योंकि अपने जीआं दे विच सी, उसदा विछोड़ा नहीं पिया। धी है, पुत है, अपने देश अंदर है, घर के अंदर है, वो दिन किदां जाते, साल किदां जाते, महीने किदां जाते, पता ही नहीं लगता। हुण पति पत्नी है, हाँ विआह नूं इन्ने साल हो गए, अच्छा जी इन्ने साल हो गए, पता ही नहीं लगा की कीता की कमाया। 15-20 साल हो गए, 15-20 साल कीता की है, वही कुली है, वही घर है, वही रहनी बहनी, वही मिल मिलाप है, खटिया कमाया की है। इन्ने साल बीत के पता नहीं लगा। पता क्यों नहीं लगा? क्योंकि उन्हें अंदर विछोड़ा नहीं पिया। विछोड़ा पैंदा तो भी पता लगता हमें साल किदा गया, दिन किदा गया, रात किदा जांदियां, ये पता लगना सी। एक एक पल भी एक दिन वांग लगना सी, ते एक दिन साला महीनों वांग लगना सी, ते महीने सदियां वांग जपने सी। जिथे हुंदा मेल मिलाप उस दिन दौड़े जाते हैं, जिथे हुंदी जुदाइयां जिथे विछोड़े होंदे है उत्ते फिर एक दिन भी साला वांग लगता है। कि कईयां जिंदगी लंबी लगती, लंबी उन्होंने लगती है जिन्हां अंदर विछोड़े होण। ते बंदा भी रब दे नालों विछड़िया होया है, ये आत्मा ही परमात्मा नालों विछड़ी हुई है। तो वो रूहां से जिन्होंने एहसास है कि भाई विछड़े हैं तो पल पल रोंदे है, करलाउंदे है। जिद्दां गुरु नानक भी रोए है, सतगुरु रामदास वर्गे भी रोए है, गुरु ज्ञानत महाराज भी वर्गे रोए है कि मैनू भुख दार दे भुल्ली है प्राण, तड़फे मेरी आत्मा कहते ना, तड़फे मेरी आत्मा लूलू करे पुकार कि दर्शन दारे दे, कई जन्म पिछले थे माँ तो जन्म तुम्हारे लेके। वो रोए है, कुरलाए है, क्योंकि उन्हें एहसास सी कि विछड़ी हुई आपां आत्मा है। तो एक एक पल उन्होंने लंबा लगता है, सदियां वांग लगता है कि सदियां तो तेरे नाल विछड़े हाँ, तो मेल मिलाप कर ते दूरी मिटा। हुण एक मिक होई है क्योंकि समा थोड़ा है, जीवन बहुत छोटा है, समा थोड़ा है। मालका कृपा कर हुई है एक मिक आपां। उन्हें हंझू सुटे है, रो रो के तरले पाए है दर्शन दारे दे, क्योंकि एहसास इन्हों कि अज का बंदा रोंदा परमात्मा वास्ते, अज का बंदा रोंदा है धन दौलतां वास्ते, सारी सुखां वास्ते, सारी पदार्थां वास्ते। रब वास्ते तो रोंदा ही नहीं, वो कुछ करता ही नहीं। कुछ करन दा क्या है कि बहुत कुछ हासिल करन दा क्या है, बहुत कुछ जुड़िया है परमात्मा। जिन्हें परमात्मा ने पालिया वो कहता मैनू बहुत कुछ मिल गया, सब कुछ मैनू मिल गया। कहता मैनू बहुत कुछ मिल गया, मैनू सब कुछ ही मिल गया, मैनू हुण परमात्मा मिल गया, आनंद मिल गया।
ਬੁੱਲੇ ਸ਼ਸਮਾ ਕੋਲ ਥੋੜਾ ਕਰਨਾ ਬਹੁਤ ਕੁਝ ਬਾਕੀ, ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ। ਜੇ ਦੁੱਖਾਂ ਵਿੱਚ ਕਲੇਸ਼ਾਂ ਵਿੱਚ ਉਹਨੂੰ ਲੰਬੀ ਲੱਗਦੀ ਹੈ, ਸੁੱਖਾਂ ਵਿੱਚ ਹੈ ਛੁੱਟੀ ਲੱਗਦੀ ਹੈ। ਜਿਹਨੇ ਵਿਛੋੜੇ ਹੈ, ਹਾਂ ਮੈਂ ਵਿਛੜਿਆ, ਉਹਨੂੰ ਲੰਬੀ ਲੱਗਦੀ ਹੈ। ਕਈਆਂ ਜ਼ਿੰਦਗੀ ਲੰਬੀ ਲੱਗਦੀ ਤੇ ਮੈਨੂੰ ਛੋਟੀ ਜਾਪੀ। ਮੈਨੂੰ ਛੋਟੀ ਜਾਪੀ ਕਿ ਜ਼ਿੰਦਗੀ ਬਹੁਤ ਛੋਟੀ ਹੈ, ਕਿ ਤੂੰ ਬਹੁਤ ਵੱਡਾ ਹੈ, ਸਮਾਂ ਥੋੜ੍ਹਾ ਹੈ। ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, 70 ਸਾਲ ਦੀ, 80 ਸਾਲ ਦੀ, 90 ਸਾਲ ਦੀ, 100 ਸਾਲ ਦੀ ਹੈ, ਫਿਰ ਵੀ ਛੋਟੀ ਹੈ ਫਿਰ ਵੀ ਛੋਟੀ ਹੈ। ਛੋਟੀ ਕਿੱਦਾਂ ਹੈ? ਕਿਉਂਕਿ ਵੱਡਾ ਉਹ ਅੰਦਰ ਨਹੀਂ ਹੈ, ਵੱਡੇ ਨਾਲ ਸਾਂਝ ਨਹੀਂ ਹੈ, ਵੱਡੇ ਨਾਲ ਇਸ਼ਕ ਨਹੀਂ ਹੈ, ਉਹ ਵੱਡੇ ਨਾਲ ਪ੍ਰੀਤ ਨਹੀਂ ਹੈ। ਜੇ ਵੱਡੇ ਨਾਲ ਪ੍ਰੀਤ ਹੋ ਗਈ, ਇਹ ਜੀਵਨ ਫਿਰ ਵੱਡਾ ਹੋ ਜਾਂਦਾ ਹੈ। ਇਹ ਕਹਿੰਦੇ ਛੋਟਾ ਕਿਤੇ ਰਹਿ ਜਾਏ, ਜ਼ਿੰਦਗੀ ਛੋਟੀ ਰਹਿ ਜਾਏ, ਇਸ ਤੋਂ ਪਹਿਲਾਂ ਅਜਾ ਆਪਾਂ ਇੱਕ ਹੋ ਜਾਈਏ, ਤੂੰ ਮੇਰਾ ਹੋ ਜਾ ਮੈਂ ਤੇਰਾ ਹੋ ਜਾ, ਦੋਨੇ ਇੱਕ ਹੋ ਗਏ, ਕੋਈ ਫਰਕ ਹੀ ਨਾ ਰਹਿ ਜਾਏ। ਕਈਆਂ ਜ਼ਿੰਦਗੀ ਲੰਬੀ ਲੱਗਦੀ, ਪਰ ਮੈਨੂੰ ਛੋਟੀ ਜਾਪੀ ਕਿ ਜ਼ਿੰਦਗੀ ਬਹੁਤ ਛੋਟੀ ਹੈ। ਤਾਂ ਭਾਈ ਕਰ ਲੈ, ਇਹ ਕਾਰਾ ਕਰ ਲੈ, ਹੋਰ ਤਾਂ ਕਾਰੇ ਬਹੁਤ ਕਰਦਾ, ਇਹ ਵੀ ਕਰ ਲੈ, ਇਹ ਕਾਰਾ ਕਰ ਲਾ। ਉਹ ਵੱਡੇ ਨੂੰ ਆਪਣੇ ਜੀਵਨ ਅੰਦਰ ਉਤਾਰ, ਉਹ ਵੱਡੇ ਨੂੰ ਆਪਣੇ ਹਿਰਦੇ ਅੰਦਰ ਉਤਾਰ। ਇਹ ਵਿਛੋੜੇ ਖਤਮ ਕਰ, ਇਹ ਵਿਛੜਿਆ ਹੋਇਆ ਹੈ, ਕਿਉਂਕਿ ਸਮਾਂ ਬਹੁਤ ਥੋੜ੍ਹਾ ਹੈ। ਹੁਣ ਮਰਦਾ ਬੰਦਾ ਵੀ ਕੀ ਕਹਿੰਦਾ ਹੈ, ਹਾਂ ਫਲਾਣਾ ਮੇਰਾ ਕਾਰਜ ਰਹਿ ਗਿਆ, ਰੱਬਾ ਮੈਨੂੰ ਹੋਰ 2 ਕੁ ਸਾਹ ਦੇ ਦੇ, ਮੈਂ ਕਾਰਜ ਕਰ ਲਾਂ। ਤੇ ਕੋਈ ਵੀ ਕਾਰਜ ਆਪਣਾ ਪੂਰਨ ਕਰਕੇ ਨਹੀਂ ਜਾਂਦਾ, ਰੋਂਦਾ ਹੀ ਜਾਂਦਾ ਹੈ ਕਿ ਫਲਾਣਾ ਮੇਰਾ ਕਾਰਜ ਰਹਿ ਗਿਆ, ਧੀ ਵਿਆਹੁਣ ਵਾਲੇ ਰਹਿ ਗਏ, ਪੁੱਤਰ ਵਿਆਹੁਣ ਵਾਲਾ ਰਹਿ ਗਿਆ, ਦੋਤਿਆਂ ਪੋਤਿਆਂ ਦੇ ਵਿਆਹ ਕਰਨੇ ਸੀ, ਉਹਨੂੰ ਦੇਖਣਾ ਸੀ, ਖੇਡਣਾ ਸੀ, ਮੇਰੇ ਕਾਰਜ ਵਿੱਚ ਰਹਿ ਗਏ ਆ, ਅਧੂਰੇ ਹੀ ਜਾਂਦੇ ਆ। ਜਿਹੜੇ ਆਨੰਦ ਨੂੰ ਹਾਸਲ ਕਰ ਲੈਂਦੇ, ਸੁੱਖ ਨੂੰ ਹਾਸਲ ਕਰ ਲੈਂਦੇ, ਉਹ ਕਹਿੰਦੇ ਹਾਂ ਵੀ ਸਭ ਕੁਝ ਹੀ ਪਾ ਲਿਆ, ਉਹ ਬਹੁਤਾ ਪਰਮਾਤਮਾ ਨੇ ਪਾ ਲਿਆ, ਸਭ ਕੁਝ ਹੀ ਪਾ ਲਿਆ ਮੈਂ, ਹੁਣ ਲੋੜ ਹੀ ਹੈ ਨਹੀਂ ਮੈਨੂੰ, ਜਦੋਂ ਮਰਜ਼ੀ ਚੱਕ ਲੈ। ਹੁਣ ਸਮਾਂ ਰਹਿੰਦੇ ਰਹਿੰਦੇ ਮੈਂ ਉਹਨੂੰ ਪਾ ਲਿਆ, ਹਾਸਲ ਕਰ ਲਿਆ, ਵਿਛੋੜੇ ਵੀ ਖਤਮ ਕਰ ਲਏ ਹੈ। ਹੁਣ ਪਰਮਾਤਮਾ ਅੱਜ ਚੱਕ ਲੈ, ਚਾਹੇ ਕੱਲ੍ਹ ਚੱਕ ਲੈ, ਪਰਸੋਂ ਚੱਕ ਲੈ, ਹੁਣ ਚੱਕ ਲੈ। ਇੱਧਰ ਪੂਰੀ ਤਿਆਰੀ ਹੈ, ਇੱਧਰ ਪੂਰੀ ਤਿਆਰੀ, ਜਦੋਂ ਮਰਜ਼ੀ ਚੱਕ ਲੈ। ਹੁਣ ਸਾਨੂੰ ਕੋਈ ਤਾਂਘ ਹੀ ਹੈ ਨਹੀਂ, ਕਿ ਜੋ ਕਰਨਾ ਸੀ ਉਹ ਤਾਂ ਕਰ ਲਿਆ। ਇਹ ਥੋੜ੍ਹੇ ਜਿਹੇ ਜੀਵਨ ਵਿੱਚ ਮੈਂ ਹੁਣ ਬਹੁਤ ਕੁਝ ਕਰ ਲਿਆ ਹੈ, ਜੋ ਬਹੁਤਾ ਕੁਝ ਕਰਨਾ ਸੀ ਉਹ ਕਰ ਲਿਆ ਹੈ, ਉਹਨੂੰ ਹਾਸਲ ਕਰ ਲਿਆ, ਆਨੰਦ ਪਾਉਣਾ ਸੀ ਆਨੰਦ ਪਾ ਲਿਆ, ਮੇਰੇ ਸਾਰੇ ਕਾਰਜ ਪੂਰਨ ਹੋ ਗਏ। ਬਸ ਇਹੀ ਕਾਰਜ ਬੰਦਾ ਕਰਨ ਆਉਂਦਾ ਹੈ, ਉਹਦੇ ਨਾਲ ਮੇਲ ਮਿਲਾਪ ਕਰਨਾ ਆਉਂਦਾ। ਜਦੋਂ ਮੇਲ ਮਿਲਾਪ ਹੋ ਗਿਆ, ਉਹ ਸ਼ਾਂਤੀ ਨੂੰ ਪਾ ਲਿਆ, ਸੁੱਖ ਨੂੰ ਪਾ ਲਿਆ, ਹੁਣ ਚੱਕ ਲੈ, ਠੀਕ ਹੈ, ਜਦੋਂ ਮਰਜ਼ੀ ਚੱਕ ਲੈ, ਇੱਧਰ ਪੂਰੀ ਤਿਆਰੀ ਹੈ। ਬੁੱਲੇ ਸ਼ਸਮਾ ਕੋਲ ਥੋੜਾ ਕਰਨਾ ਬਹੁਤ ਕੁਝ ਬਾਕੀ, ਕਈਆਂ ਨੂੰ ਜ਼ਿੰਦਗੀ ਲੰਬੀ ਲੱਗਦੀ ਕਿ ਲੰਬੀ ਰਾਤ ਜੁਦਾਈਆਂ ਵਾਲੀ ਹੈ ਨਾ, ਕਿ ਲੰਬੀ ਰਾਤ ਜੁਦਾਈਆਂ ਵਾਲੀ ਹੁੰਦੀ 100 ਵਰ੍ਹਿਆਂ ਦੀ। 100 ਵਰ੍ਹੇ ਦੀ ਰਾਤ ਕਿਹਨੂੰ ਲੱਗਦੀ ਭਾਈ? ਨਹੀਂ, ਮੇਰੀ ਰਾਤ ਬਸ 100 ਵਰ੍ਹਿਆਂ ਵਾਂਗੂ ਗੁਜ਼ਰੀ ਭਾਈ, ਮੇਰੀ ਰਾਤ ਸਾਲਾਂ ਵਾਂਗੂ ਗੁਜ਼ਰੀ ਹੈ, ਜਿਨ੍ਹਾਂ ਦੀ ਰਾਤਾਂ ਵਿੱਚ ਜੁਦਾਈਆਂ ਹੁੰਦੀਆਂ, ਵਿਛੋੜੇ ਹੁੰਦੇ ਆ। ਸੋ ਉਹਨਾਂ ਦੀਆਂ ਵਿਛੋੜੇ ਸੀ ਉੱਤੇ, ਸਮਝੇ ਕਿ ਹਾਂ ਵਿਛੜੇ ਆ, ਕਿ ਲੰਬੀ ਰਾਤ ਜੁਦਾਈਆਂ ਵਾਲੀ ਹੁੰਦੀ 100 ਵਰ੍ਹਿਆਂ ਦੀ। ਸੋ ਇੱਦਾਂ ਹੈ ਭਾਈ, ਬੁੱਲੇ ਸ਼ਸਨਾ ਕੋਲ ਥੋੜਾ ਤੇ ਕਰਨਾ ਬਹੁਤ ਕੁਝ ਬਾਕੀ, ਕਈਆਂ ਜ਼ਿੰਦਗੀ ਲੰਬੀ ਲੱਗਦੀ ਤੇ ਮੈਨੂੰ ਛੋਟੀ ਜਾਪੀ। ਸੋ ਲੰਬੀ ਉਹਨਾਂ ਨੂੰ ਲੱਗਦੀ ਜਿੱਥੇ ਜੁਦਾਈਆਂ ਹੁੰਦੀਆਂ, ਵਿਛੋੜੇ ਹੁੰਦੇ ਹੈ, ਇੱਕ ਇੱਕ ਪਲ 100 ਵਰ੍ਹਿਆਂ ਦਾ ਲੱਗਦਾ। ਤੇ ਜਿੱਦਣ ਵਿਛੋੜੇ ਖਤਮ ਹੋ ਗਏ, ਫਿਰ ਕਿਆ ਹੀ ਬਾਤਾਂ ਕਿਤੇ, ਹੁਣ ਤਾਂ ਵੀ ਹੈ ਨਹੀਂ ਕੋਈ। ਇਸ ਕਰਕੇ ਜ਼ਿੰਦਗਾਨੀ ਬਹੁਤ ਛੋਟੀ ਹੈ ਭਾਈ, ਪਤਾ ਨਹੀਂ ਕਿਹੜੇ ਵੇਲੇ ਮੁੱਕ ਜਾਣੀ ਹੈ, ਸੁੱਕ ਜਾਣੀ ਹੈ, ਸੜ ਜਾਣੀ ਹੈ, ਗਲ ਜਾਣੀ ਹੈ। ਸੋ ਰਹਿੰਦਿਆਂ ਉਹ ਆਨੰਦ ਨੂੰ ਪਾ ਲਿਆ, ਉਹ ਬਹੁਤ ਕੁਝ ਪਰਮਾਤਮਾ ਨੂੰ ਪਾ ਲਿਆ, ਉਹ ਸੁੱਖ ਨੂੰ ਪਾ ਲਿਆ, ਉਹ ਛੋਟੀ ਹੈ। ਬੁੱਲੇ ਸ਼ਸਮਾ ਕੋਲ ਥੋੜਾ ਕਰਨਾ ਬਹੁਤ ਕੁਝ ਬਾਕੀ, ਕਈਆਂ ਜ਼ਿੰਦਗੀ ਲੰਬੀ ਲੱਗਦੀ ਮੈਨੂੰ ਛੋਟੀ ਜਾਪੀ। ਉਹਨਾਂ ਜਾਪੀ ਇੱਕ ਵਾਕਈ ਜ਼ਿੰਦਗੀ ਛੋਟੀ ਹੈ ਤੇ ਉਹ ਬਹੁਤ ਵੱਡਾ ਹੈ।
ਜ਼ਿੰਦਗੀ ਛੋਟੀ ਹੈ, ਅਤੇ ਛੋਟੀ ਜ਼ਿੰਦਗੀ ਵੀ ਵੱਡੀ ਹੋ ਸਕਦੀ ਹੈ। ਉਹਨੂੰ ਆਪਣੇ ਅੰਦਰ ਧਾਰਨ ਕਰਦੇ ਹਾਂ, ਉਹਨੂੰ ਉਹਦੇ ਨਾਲ ਜੁੜਦੇ ਹਾਂ, ਜ਼ਿੰਦਗੀ ਦੀ ਵੀ ਵੱਡੀ ਹੋ ਜਾਂਦੀ ਹੈ। ਫਿਰ ਇਹਦਾ ਵੀ ਕੋਈ ਅੰਤ ਨਹੀਂ ਹੁੰਦਾ, ਇਹ ਅੰਤ ਤੋਂ ਪਰੇ ਹੋ ਜਾਂਦੀ। ਜਿਹਦੇ ਪਰਮਾਤਮਾ ਬੇਅੰਤ ਹੈ ਨਾ, ਅਤੇ ਜ਼ਿੰਦਗੀ ਵੀ ਬੇਅੰਤ ਹੋ ਜਾਂਦੀ ਹੈ ਜਦੋਂ ਉਹ ਬੇਅੰਤ ਦੇ ਨਾਲ ਜੁੜ ਜਾਂਦੀ ਹੈ। ਕਹਿੰਦੇ ਨਾ, ਬੇਅੰਤ ਦੀ ਕਰ ਵਡਿਆਈ ਅਤੇ ਬੇਅੰਤ ਬਿਨ ਠੌਰ ਨਾ ਕਾਈ। ਉਸ ਤੋਂ ਬਿਨਾਂ ਤੇਰਾ ਕੋਈ ਆਸਰਾ ਨਹੀਂ ਹੈ, ਤੇ ਤੇਰਾ ਕੋਈ ਆਸਰਾ ਉਸ ਤੋਂ ਬਗੈਰ। ਸੋ ਬੇਅੰਤ ਦੀ ਵਡਿਆਈ ਕਰ, ਅਤੇ ਬੇਅੰਤ ਨਾਲ ਜੁੜ ਕੇ ਤੂੰ ਵੀ ਬੇਅੰਤ ਹੋ ਜਾ। ਹੈ ਤਾਂ ਛੋਟਾ ਹੈ, ਤੇਰਾ ਅੰਤ ਹੈ, ਪਰ ਅੰਤ ਵੀ ਬੇਅੰਤ ਹੋ ਸਕਦਾ ਹੈ ਜੇ ਬੇਅੰਤ ਦੇ ਨਾਲ ਜੁੜ ਬੈਠੇ ਤਾਂ। ਇਹ ਛੋਟਾ ਹੀ ਵੱਡਾ ਹੋ ਸਕਦਾ ਹੈ। ਜੇ ਬੀਜ ਦੀ ਉਦਾਹਰਨ ਲਈ, ਬੀਜ ਛੋਟਾ ਜਿਹਾ ਹੁੰਦਾ ਹੈ ਅਤੇ ਵੱਡਾ ਹੋ ਜਾਂਦਾ ਹੈ। ਇੱਦਾਂ ਛੋਟੀ ਜ਼ਿੰਦਗੀ ਵੱਡੀ ਹੋ ਸਕਦੀ ਹੈ ਵੱਡੇ ਦੀ ਸਿੱਧ ਸਲਾਹ ਨਾਲ ਜੁੜ ਕੇ। ਹੁਣ ਯਾਦ ਆਇਆ ਕਿ ਛੋਟਾ ਬੀਜ ਹੈ, ਧਰਤੀ 'ਚ ਪਾਇਆ, ਵੱਡਾ ਹੋਇਆ, ਹੈ ਨਾ। ਹੁਣ ਇੱਦਾਂ ਬੰਦੇ ਦਾ ਇਹੀ ਹਾਲ ਹੈ। ਇਹ ਆਤਮਾ ਵੀ ਇੱਕ ਬੀਜ ਦੀ ਤਰ੍ਹਾਂ ਹੈ, ਰੱਬ ਦਾ ਨਾਮ ਵੀ ਇੱਕ ਬੀਜ ਦੀ ਤਰ੍ਹਾਂ ਹੈ, ਸ਼ਬਦ ਵੀ ਇੱਕ ਬੀਜ ਦੀ ਤਰ੍ਹਾਂ ਹੈ। ਇਸ ਦੇਹੀ ਕੀ ਹੈ? ਦੇਹੀ ਇੱਕ ਜ਼ਮੀਨ ਹੈ, ਦੇਹੀ ਇੱਕ ਜ਼ਮੀਨ ਹੈ, ਧਰਤੀ ਹੈ। ਹੁਣ ਧਰਤੀ ਅੰਦਰੋਂ ਬੀਜ ਤਾਂ ਪਾ ਲਿਆ, ਹੁਣ ਆਤਮਾ ਰੂਪੀ ਬੀਜ ਕਿੱਥੇ? ਆਤਮਾ ਕਿੱਥੇ? ਸਾਡੀ ਸਰੀਰ ਦੇ ਅੰਦਰ ਹੀ ਹੈ ਨਾ। ਉਹ ਆਤਮਾ ਰੂਪੀ ਬੀਜ ਸਾਡੇ ਅੰਦਰ ਹੈ, ਸ਼ਬਦ ਰੂਪੀ ਰੱਬ ਦਾ ਨਵਾਂ ਉਹ ਬੀਜ ਸਾਡੇ ਅੰਦਰ ਹੈ, ਇਹ ਧਰਤੀ ਅੰਦਰ ਹੈ। ਹੁਣ ਬੀਜ ਧਰਤੀ ਅੰਦਰ ਪਾਇਆ, ਲਈ ਵਧੇਗਾ, ਫੁੱਲੇਗਾ, ਰੁੱਖ ਬਣੇਗਾ, ਫਲ ਫੁੱਲ ਲੱਗਣਗੇ, ਛਾਵਾਂ ਹੋਣਗੀਆਂ। ਹੁਣ ਧਰਤੀ 'ਚ ਪਾਇਆ, ਹੁਣ ਬੰਦੇ ਨੇ ਕੀਤਾ ਕੀ ਹੈ? ਉਹਨੇ ਕੁਝ ਰੋੜੇ ਵੀ ਪਾ ਦਿੱਤੇ, ਕੰਕਰ ਵੀ ਪਾ ਦਿੱਤੇ, ਬੱਟੀਆਂ ਪਾ ਦਿੱਤੀਆਂ। ਜਿੱਥੇ ਬੀਜ ਸੀ ਨਾ, ਬੀਜ ਦੇ ਉੱਪਰ ਪਾ ਦਿੱਤੀਆਂ ਪੱਥਰ, ਰੋੜੇ ਪਾ ਦਿੱਤੇ, ਕੰਕਰ ਪਾ ਦਿੱਤੇ। ਹੁਣ ਤੁਸੀਂ ਦੱਸੋ, ਉਹ ਬੀਜ ਵਧੇਗਾ ਕਿ ਨਹੀਂ ਵਧੇਗਾ? ਵਧੇਗਾ ਬੀਜ? ਉਹ ਰੁੱਖ ਬਣੇਗਾ? ਨਹੀਂ ਬਣੇਗਾ ਨਾ। तो ਬੰਦੇ ਦਾ ਵੀ ਇਹੀ ਹਾਲ ਹੈ। ਬੰਦਾ ਸਮਝੇ, ਇੱਕ ਕਿਸਾਨ ਹੁੰਦਾ, ਕਿਸਾਨ ਕਦੇ ਇੱਦਾਂ ਨਹੀਂ ਕਰਦਾ ਵਿੱਚ ਬੀਜ ਪਾ ਕੇ ਉੱਪਰ ਪੱਥਰ ਨਹੀਂ ਪਾਉਂਦਾ ਜਾਂ ਕੰਕਰ ਨਹੀਂ ਪਾਉਂਦਾ, ਉਹਨੂੰ ਦੱਬ ਨਹੀਂ ਦਿੰਦਾ, ਉਹਨੂੰ ਨੰਗਾ ਰੱਖਦਾ ਹੈ। ਉਹ ਇਕੱਲੀ ਮਿੱਟੀ 'ਚ ਹੀ ਪਾਉਂਦਾ ਹੈ, ਕਿਉਂਕਿ ਉਹਨੂੰ ਸੂਰਜ ਦੇ ਪ੍ਰਕਾਸ਼ ਦੀ ਵੀ ਲੋੜ ਹੈ, ਤਾਪ ਦੀ ਵੀ ਲੋੜ ਹੈ, ਥੋੜ੍ਹੀ ਹਵਾ ਦੀ ਵੀ ਲੋੜ ਹੈ। ਜੇ ਕੰਕਰ ਪਾਤੇ, ਪੱਥਰ ਪਾਤੇ, ਉਹ ਕਿੱਦਾਂ ਵਧੇਗਾ? ਫਿਰ ਉੱਥੇ ਗਲ ਜਾਏਗਾ, ਸੜ ਜਾਏਗਾ, ਖਤਮ, ਰੁੱਖ ਬਣੇਗਾ ਨਹੀਂ ਉਹ। ਹੁਣ ਬੰਦੇ ਦਾ ਵੀ ਇਹੀ ਹਾਲ ਹੈ। ਬੰਦੇ ਅੰਦਰ, ਇਹ ਧਰਤੀ ਅੰਦਰ ਆਤਮਾ ਰੂਪੀ ਬੀਜ ਹੈ, ਪਰ ਬੀਜ ਨੂੰ ਕੀਤਾ ਕੀ ਹੈ? ਰੋੜਾਂ ਦੇ ਉੱਪਰ ਢੱਕ ਦਿੱਤਾ ਹੈ। ਰੋੜ ਪਾਤੇ, ਪੱਥਰ ਪਾਤੇ, ਕੰਕਰ ਪਾਤੇ। ਉਹ ਕੰਕਰ ਕੀ ਹੈ? ਬੰਦੇ ਦੇ ਵਿਸ਼ੇ ਵਿਕਾਰ, ਬੰਦੇ ਦੀਆਂ ਬੁਰਾਈਆਂ, ਬੰਦੇ ਦੇ ਅਵਗੁਣ, ਬੰਦੇ ਦੀਆਂ ਕਮੀਆਂ ਤਰੁੱਟੀਆਂ। ਠੀਕ ਹੈ। ਹੁਣ ਬੀਜ ਤਾਂ ਧਰਤੀ ਦੇ ਅੰਦਰ ਹੈ। ਇਹ ਜਿਸਮ ਦੇ ਅੰਦਰ ਬੀਜ ਹੈ, ਉਹ ਗੁਰੂ ਦਾ ਸ਼ਬਦ ਹੈ, ਰੱਬ ਦਾ ਨਾਮਾ ਹੈ, ਉਹ ਬੀਜ ਰੂਪੀ ਆਤਮਾ ਹੈ। ਪਰ ਬੰਦੇ ਨੇ ਕੀਤਾ ਕੀ ਹੈ? ਕੋ ਕਰਮ ਕਰ ਕਰਕੇ ਪੱਥਰ ਪਾ ਤੇ ਉੱਪਰ। ਹੁਣ ਵਧੇ ਕਿੱਦਾਂ, ਫੁੱਲੇ ਕਿੱਦਾਂ? ਜਿੰਨਾ ਚਿਰ ਪੱਥਰ ਹਟਦੇ ਨਹੀਂ ਹੈ ਤੇ ਬੀਜ ਕਦੇ ਰੁੱਖ ਨਹੀਂ ਬਣ ਸਕਦਾ, ਉਹ ਆਨੰਦ ਨਹੀਂ ਆ ਸਕਦਾ, ਉਹ ਸ਼ਾਂਤੀ ਨਹੀਂ ਆ ਸਕਦੀ, ਪਰਮਾਤਮਾ ਅੰਦਰ ਪ੍ਰਗਟ ਹੋ ਨਹੀਂ ਸਕਦਾ, ਰੁੱਖ ਰੂਪੀ, ਫਲ ਰੂਪੀ। ਸੋ ਇਸ ਕਰਕੇ ਸਤ ਸੰਗਤ ਵਿੱਚ ਆ, ਗੁਰੂ ਦੀ ਦਰਗਾਹ ਦੇ ਅੰਦਰ ਆ, ਗੁਰੂ ਗਿਆਨ ਦੇ ਅੰਦਰ ਆ। ਛੂਣ ਮਾੜੀ ਨਾ ਖੇਡ ਗੁਰੂ ਦੇ ਨਾਲ ਕਿ ਲੈ ਵੀ ਛੂੜਿਆ, ਹੁਣ ਤੂੰ ਮੇਰੇ ਪਿੱਛੇ ਪਿੱਛੇ ਆ। ਉਹਨੇ ਤੇਰੇ ਪਿੱਛੇ ਨਹੀਂ ਆਉਣਾ, ਤੈਨੂੰ ਉਹਦੇ ਕੋਲ ਆਉਣਾ ਪੈਣਾ ਹੈ। ਕਿਉਂਕਿ ਨਾ ਮੈਂ ਜੀਆਂ ਲੱਖ ਹੀਰਾ ਤੈਨੂੰ, ਤੇ ਤੈ ਜਾ ਰਾਂਝਾ ਮੈਨੂੰ ਕੋਈ ਨਹੀਂ। ਕਿ ਮੈਂ ਜੀ ਹੀਰਾ ਤੈਨੂੰ ਲੱਖਾਂ ਹੀ ਹੈ, ਤੇਰੇ ਵਰਗਾ ਰਾਂਝਾ ਮੈਨੂੰ ਕੋਈ ਨਹੀਂ ਮਿਲਣਾ। ਕਿਤੇ ਵਿਚਾਰ ਬੰਦੇ ਕਿਤੇ ਆ ਜਾਏ, ਬੰਦਾ ਕਰਦਾ ਝੂਣ ਮਾਟੀ ਹੈ, ਲੈ ਤੈਨੂੰ ਛੂਇਆ, ਹੁਣ ਪਿੱਛੇ ਪਿੱਛੇ ਆ। ਉਹਨੂੰ ਪਿੱਛੇ ਆਉਣ ਦੀ ਲੋੜ ਨਹੀਂ, ਤੈਨੂੰ ਹੀ ਆਉਣੇ ਪੈਣਾ ਪਿਆਰਿਆ, ਜਦੋਂ ਆਨੰਦ ਚਾਹੁੰਦਾ ਹੈ ਤਾਂ। ਜੇ ਅੰਦਰ ਬੀਜ ਪਾਇਆ ਹੈ ਨਾ, ਉਹਦੇ ਉੱਪਰ ਕੰਕਰ ਨਾ ਪਾ, ਪੱਥਰ ਨਾ ਪਾ, ਵਿਕਾਰਾਂ ਵਾਲੇ, ਅਵਗੁਣਾਂ ਵਾਲੇ, ਵਿਕਾਰਾਂ ਵਾਲੇ ਪੱਥਰ ਹਟਾ ਸਕੋ ਤਾਂ ਜੋ ਵਧੇ ਫੁੱਲੇ। ਸੋ ਇੱਥੇ ਰਸਮ ਦਈਏ ਵਿਸ਼ਰਾਮ। ਫਿਰ ਧਾਰਨ ਕਰਿਓ
कि बुल्ले शाह समा कोल है, थोड़ा करना बहुत कुछ बाकी, कईयां जिंदगी लंबी लगती पर मैनू छोटी जापी। जिंदगी बाकी बहुत छोटी है, थोड़ी है, पर वड्डी हो सकती है, बेअंत हो सकती है छोटे ਜਿਹੇ ਸਮੇਂ ਵਿੱਚ। नहीं तो ਇਹੋ ਜਿਹੇ ਹੋਏ ना कई 12-12 साल ਦੀਆਂ ਸਮਾਧੀਆਂ ਲਾਈਆਂ, 40-40 ਸਾਲ ਦੀਆਂ ਸਮਾਧੀਆਂ ਲਾਈਆਂ ਤੇ ਪਾਇਆ ਉਹਨੂੰ। ਕਿ ਇਹੋ ਜਿਹੇ ਵੀ ਹੋਏ ਜਿਨ੍ਹਾਂ ਨੇ ਦਿਨਾਂ ਵਿੱਚ ਹੀ ਪਾ ਲਿਆ, ਮਹੀਨੇ 'ਚ ਹੀ ਪਾ ਲਿਆ। ਪ੍ਰਹਲਾਦ ਭਗਤ ਵਰਗੇ ਹੋਏ ਹੈ, ਧਰੁਵ ਭਗਤ ਵਰਗੇ ਹੋਏ ਹੈ, ਜਿਹਨੇ ਮਹੀਨਿਆਂ 'ਚ ਪਾ ਲਿਆ, ਸਮਾਂ ਰਹਿੰਦਿਆਂ ਰਹਿੰਦਿਆਂ ਪਾ ਲਿਆ। ਤੇ ਕਈਆਂ 12 ਸਾਲ ਲੱਗੇ, 13 ਸਾਲ ਲੱਗੇ, 40 ਸਾਲ ਲੱਗੇ, 60 ਸਾਲ ਲੱਗੇ, ਪਰ ਕਰ ਲਿਆ ਹਾਸਲ। ਸਮਾਂ ਰਹਿੰਦੇ ਰਹਿੰਦੇ ਉਹਨੇ ਹਾਸਲ ਕਰ ਲਿਆ, ਸਮਾਂ ਗਵਾਇਆ ਨਹੀਂ, ਪਾ ਲਿਆ ਉਹਨੂੰ। ਜੇ ਸਮਾਂ ਹੀ ਖਤਮ ਹੋ ਜਾਂਦਾ, ਜ਼ਿੰਦਗਾਨੀ ਖਤਮ ਹੋ ਜਾਂਦੀ, ਤੇ ਫਿਰ ਕੀ ਹੁੰਦਾ? ਫਿਰ ਬਸ ਆਵਾਜਾਈ ਆਵਾਜਾਈ ਆਵਾਜਾਈ। ਸੋ ਪਿਆਰੇ, ਸਮਾਂ ਤੇਰੇ ਕੋ ਹੈ, ਇਹਨੂੰ ਸਾਂਭ, ਕਦਰ ਕਰ, ਜੁੜੋ ਵੱਡੇ ਦੇ ਨਾਲ, ਬੇਅੰਤ ਦੇ ਨਾਲ ਜੋੜੋ। ਤੂੰ ਵੀ ਬੇਅੰਤ ਹੋ ਜਾ, ਤੇਰਾ ਵੀ ਕੋਈ ਅੰਤ ਨਾ ਕਦੇ ਹੋਏ। तेरा अंत हो जाए तो कारा बिच ही रह जाए, कर्म बिच ही रह जाए। तो बेअंत दी कर वड्डी आई, बेअंत में ठौर ना खाई। जो बोले 100 रुपये अजम त्रिकाल दोष सृष्टि करता वाल्मीकि दयावान जी की जय।